ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੇ श्री त्रिलोचन जियो के पद घर पहला एक ओंकार सतगुर प्रसाद। अंतरमल निर्मल नहीं कीना बाहर पेख उदासे। हृदय कमल घट ब्रह्म न चीना काहे भया सन्यासे। अंतरमल निर्मल नहीं कीना बाहर पेख उदासे। हृदय कमल घट ब्रह्म न चीना काहे भया सन्यासे। भरमे भूले रे जय चंदा नहीं नहीं चिन्या परमानंदा। रहा घर घर खाया पिंड बधाया खिंथा मुंदा माया। भूम मसान के भस्म लगाए गोर बैन तत् न पाया। काय जप हो रे काय तप हो रे काय बिलो वह पानी। लख 84 है जिन उपाय सो सिमरो हो निर्वाणी। काय कमंडल कपड़िया रे 68 काय फेरा है। बदत त्रिलोचन सुन रे प्राणी कान बेण गाहो के पाहे। काय कमंडल कपड़िया रे 68 काय फेरा है। बदत त्रिलोचन सुन रे प्राणी कान बेण गाहो के पाहे। वाहिगुरु जी का खालसा वाहिगुरु जी की फतेह। पतित पावन भगत वत्सल कृपा निधान अनाथ नाथ जगत गुरु धन गुरु ग्रंथ साहिब जी महाराज जी दी पावन पवित्र छत्र छाया हेठ जुड़ बैठी बहुत ही सन्मान ते सत्कारयोग गुरु स्वरूप गुरु खालसा साध संगत जीओ। तिलक जंजू दे राखे धन गुरु तेग बहादुर साहब नौवें पातशाह दयालु कृपालु सतगुरां दे परम पवित्र पावन इतिहासक स्थान गुरुद्वारा श्री दुख निवारण साहब जी दे पावन पवित्र सचखंड दरबार अंदर हाजरियां भर के अमृत वेले तो गुरु चरनां च जुड़ के फगण दे महीने दी सकरांत दा दिहाड़ा जाणदियां अपने जीवन दीयां कीमती घड़ियां गुरु लेखे ला के सफल और सकारथा कर रहे। सर्वासा पूर्ण करने वाली श्री आसा जी दी वार दे शब्द कीर्तन रागी ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਗੁਰਬਾਣੀ ਦੀ ਵਿਚਾਰ ਜਦੋਂ ਤੱਕ ਅਸੀਂ ਕਰਦੇ ਨਹੀਂ ਸੁਣਦੇ ਨਹੀਂ ਉਤਨੀ ਦੇਰ ਤੱਕ ਜੀਵਨ ਜੁਗਤ ਦਾ ਬੋਧ ਨਹੀਂ ਹੁੰਦਾ।
ਪਸ਼ੂਆਂ ਦੇ ਸਮਾਨ ਜੀਵਨ ਬਤੀਤ ਕਰਨ ਦਾ ਨਾਮ ਜੀਵਨ ਨਹੀਂ ਹੈ। ਮਨੁੱਖੀ ਜੀਵਨ ਦਾ ਪ੍ਰਯੋਜਨ ਕੀ ਹੈ, ਮਨੁੱਖੀ ਜੀਵਨ ਦੀ ਪ੍ਰਾਪਤੀ ਕੀ ਹੈ, ਮਨੁੱਖੀ ਜੀਵਨ ਦੀ ਮੰਜ਼ਿਲ ਕੀ ਹੈ, ਉਹਦਾ ਗਿਆਨ, ਉਹਦਾ ਸਬੋਧ ਗੁਰਬਾਣੀ ਦੀ ਵਿਚਾਰ ਚੋਂ ਹੁੰਦਾ ਹੈ। ਅਤੀ ਆਵਸ਼ਕ ਹੈ, ਅਤੀ ਜ਼ਰੂਰੀ ਹੈ ਗੁਰਬਾਣੀ ਦੀ ਕਥਾ, ਗੁਰਬਾਣੀ ਦੀ ਵਿਚਾਰ। ਕੀਰਤਨ ਦੁਆਰਾ ਸਤਿਗੁਰਾਂ ਦੇ ਸ਼ਬਦਾਂ ਦੀ ਕਈ ਵਾਰ ਸੰਪੂਰਨ ਰੂਪ ਵਿੱਚ ਬਹੁਤਿਆਂ ਨੂੰ ਸਮਝ ਨਹੀਂ ਆਉਂਦੀ, ਪਰ ਗੁਰਬਾਣੀ ਦੀ ਵਿਚਾਰ ਦੁਆਰਾ, ਸਤਿਗੁਰਾਂ ਦੇ ਸ਼ਬਦ ਦੁਆਰਾ ਸਮਝ ਪੈਂਦੀ ਹੈ। ਜਾਂ ਇਸ ਤਰ੍ਹਾਂ ਕਹਿ ਲਈਏ, ਜਦੋਂ ਕੀਰਤਨ ਦੁਆਰਾ ਮਨ ਬਿਰਤੀਆਂ ਸ਼ਾਂਤ ਹੁੰਦੀਆਂ ਹਨ, ਫਿਰ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਦੁਆਰਾ ਉਸ ਸੁਰਤੀ ਨੂੰ, ਮਤ ਨੂੰ, ਬੁੱਧ ਨੂੰ ਘੜਿਆ ਜਾ ਸਕਦਾ, ਜਿਸ ਨੂੰ ਸੱਚੀ ਸ਼ਬਦ ਦੀ ਟਕਸਾਲ ਕਿਹਾ ਨਾ ਸਤਿਗੁਰਾਂ ਨੇ। ਉਹਦੇ ਵਿੱਚ ਸੁਰਤ ਤੇ ਬੁੱਧ ਨੂੰ ਘੜਨ ਵਾਸਤੇ ਗੁਰਦੇਵ ਦਾ ਹੁਕਮ ਹੈ। ਤੋ ਜਿਹੜੀ ਗੁਰਬਾਣੀ ਦੀ ਕਥਾ ਆਪਾਂ ਕਰਦੇ ਸੁਣਦੇ ਹਾਂ, ਵਿਚਾਰਦੇ ਹਾਂ, ਇਹ ਟਕਸਾਲ ਹੈ ਜਿਹਦੇ ਵਿੱਚ ਸਾਡੀ ਸੁਰਤ ਤੇ ਸ਼ਬਦ ਘੜੇ, ਸ਼ਬਦ ਦੇ ਦੁਆਰਾ ਸਾਡੀ ਸੁਰਤ ਨੂੰ, ਸਾਡੀ ਮਤ ਨੂੰ, ਮਨ ਨੂੰ ਘੜਿਆ ਜਾਂਦਾ ਹੈ। ਗੁਰੂ ਪਾਤਸ਼ਾਹ ਦੇ ਤਰਸ ਸਦਕਾ ਆਪਾਂ ਗੁਰੂ ਚਰਨਾਂ 'ਚ ਜੁੜ ਬੈਠੇ ਹਾਂ। ਫੱਗਣ ਦੇ ਮਹੀਨੇ ਦੀ ਸੰਕਰਾਂਤ ਦਾ ਦਿਨ ਹੈ। ਗੁਰਦੇਵ ਨੇ ਇਸ ਦੁਆਰਾ ਜੋ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ, ਉਹ ਵੀ ਆਪਾਂ ਵਿਚਾਰਾਂਗੇ। ਪਰ ਉਸ ਤੋਂ ਪਹਿਲਾਂ ਅੰਮ੍ਰਿਤ ਵੇਲੇ ਮਹਾਰਾਜ ਭਗਤ ਤਰਲੋਚਨ ਜੀ ਸਾਡੇ ਤੇ ਟੁੱਟੇ ਹਨ। ਭਗਤ ਤਰਲੋਚਨ ਜੀ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ ਕਰਦਿਆਂ ਵਾਹਿਗੁਰੂ ਵਿੱਚ ਇਕਮਿਕ ਹੋ ਗਏ। ਇਸੇ ਕਰਕੇ ਉਹਨਾਂ ਦੀ ਪਾਵਨ ਬਾਣੀ ਨੂੰ ਸਤਿਗੁਰਾਂ ਨੇ ਆਪਣੀ ਬਾਣੀ ਦੇ ਤੁਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ। ਜਦੋਂ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰਾਂ ਨੇ ਦਰਜ ਕਰ ਦਿੱਤੀ ਤੇ ਫਿਰ ਆਪਣੇ ਬਰਾਬਰ ਦਾ ਹੀ ਰੁਤਬਾ ਬਖਸ਼ਿਸ਼ ਕਰ ਦਿੱਤਾ ਹੈ। ਐਸੇ ਮਹਾਂਪੁਰਸ਼ ਭਗਤ ਤਰਲੋਚਨ ਜੀ ਮਹਾਰਾਜ, ਤਿਨਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਕੇਂਦਰਿਤ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ। ਗੱਜ ਵੱਜ ਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੇ ਸ਼੍ਰੀ ਤਰਲੋਚਨ ਜੀਓ ਕੇ ਪਦ, ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੂਜਰੀ ਰਾਗ ਹੈ। ਗੂਜਰੀ ਸ਼੍ਰੀ ਤਰਲੋਚਨ, ਸ਼੍ਰੀ ਸ਼ਬਦ ਨਾਲ ਬੜੇ ਸਤਿਕਾਰ ਨਾਲ ਭਗਤ ਤਰਲੋਚਨ ਜੀ ਨੂੰ ਮਹਾਰਾਜ ਜੀ ਨੇ ਸਤਿਕਾਰ ਦਿੱਤਾ ਹੈ। ਸ਼੍ਰੀ ਸ਼੍ਰੋਮਣੀ ਤਰਲੋਚਨ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਦੇ ਹਨ। ਔਰ ਪਹਿਲੇ ਘਰ ਸੁਰ ਤਾਲ ਵਿੱਚ ਇਹਨਾਂ ਪਾਵਨ ਪਦਿਆਂ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾਚਰਨ ਕਰਦੇ ਨੇ, ਵਾਹਿਗੁਰੂ ਇੱਕ ਹੈ ਓੰਕਾਰ, ਜੋ ਸਾਰਿਆਂ ਵਿੱਚ ਵਿਆਪਕ ਤੇ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਸ਼ਬਦ ਦੀ ਆਰੰਭਤਾ ਕਰਦੇ ਨੇ। ਭਗਤ ਤਰਲੋਚਨ ਜੀ ਜੈ ਚੰਦ ਨਾਮ ਦੇ ਇੱਕ ਪੰਡਤ ਨੂੰ ਉਪਦੇਸ਼ ਦੇ ਰਹੇ ਨੇ, ਜਿਹੜਾ ਭੇਖੀ ਹੈ। ਆਓ ਸਰਵਣ ਕਰੀਏ ਜੀ। ਅੰਤਰ ਮਲ ਨਿਰਮਲ ਨਹਿ ਕੀਨਾ, ਬਾਹਰ ਭੇਖ ਉਦਾਸੇ। ਕਹਿੰਦੇ ਅੰਦਰ ਮੈਲ ਭਰੀ ਹੋਈ ਹੈ, ਉਹਨੂੰ ਨਿਰਮਲ ਨਹੀਂ ਕੀਤਾ। ਅੰਤःਕਰਣ ਦੇ ਵਿੱਚ ਵਿਕਾਰਾਂ ਦੀ ਮੈਲ ਹੈ, ਮਾੜੇ ਫੁਰਨਿਆਂ ਦੀ ਮੈਲ ਹੈ, ਅਨੇਕ ਪ੍ਰਕਾਰ ਦੇ ਪਾਪ ਕਰਮਾਂ ਦੀ ਮੈਲ ਹੈ। ਉਹਨੂੰ ਨਿਰਮਲ ਕਰਨ ਦਾ ਯਤਨ ਨਹੀਂ ਕੀਤਾ ਕਿ ਮੈਂ ਆਪਣੇ ਸੰਤਸ਼ਕਰਨ ਨੂੰ ਸ਼ੁੱਧ ਕਰਾਂ, ਇਹਦੀ ਮੈਲ ਹਿਰਦੇ ਚੋਂ ਕੱਢਾਂ। ਬਾਹਰੋਂ ਉਦਾਸੀਆਂ ਤੇ ਉਪਰਾਮਤਾ ਵਾਲਾ ਭੇਖ ਜਿਹੜਾ ਉਹ ਧਾਰਨ ਕਰ ਲਿਆ। ਉਦਾਸੀ ਦਾ ਇੱਥੇ ਮਤਲਬ ਹੈ ਉਪਰਾਮਤਾ ਦਾ ਭੇਖ। ਆਮ ਕਰਕੇ ਗੇਰੂ ਰੰਗੇ ਬਸਤਰ, ਜਿਨ੍ਹਾਂ ਨੂੰ ਭਗਵੇ ਕੱਪੜੇ ਕਹਿ ਦਿੰਦੇ ਹਨ,
ਇਹ ਕੱਪੜੇ ਪਾ ਕੇ ਸੰਕੇਤ ਹੁੰਦਾ ਵੀ ਅਸੀਂ ਦੁਨੀਆ ਤੇ ਮੋਹ ਮਾਇਆ ਤੋਂ ਤਿਆਗੀ ਹੋ ਗਏ ਹਾਂ। ਇਹਦਾ ਸੰਕੇਤ ਇਹ ਹੁੰਦਾ ਕਿ ਸਾਡੀ ਹੁਣ ਕਿਸੇ ਪਦਾਰਥ ਨਾਲ ਪਕੜ ਨਹੀਂ ਰਹੀ, ਪਰ ਕੀ ਅੱਜ ਦੇ ਇਸ ਵਰਤਮਾਨ ਦੇ ਸਮੇਂ ਵਿੱਚ ਐਸਾ ਨਹੀਂ ਕਿ ਹੈਣ ਨਹੀਂ, ਬੀਜ ਕਿਸੇ ਵੀ ਚੀਜ਼ ਦਾ ਨਾਸ਼ ਨਹੀਂ ਹੁੰਦਾ। ਦਰਖਤ ਵੀ ਨੇ, ਤਿਆਗੀ ਵੀ ਨੇ, ਪਰ ਬਹੁਤਾਤ ਭੇਖੀਆਂ ਦੀ ਹੋ ਗਈ ਹੈ। ਬਹੁਤਾਤ ਕੇਵਲ ਭੇਖੀਆਂ ਦੀ ਆ, ਉਹਨਾਂ ਦੇ ਕੋਲ ਕੇਵਲ ਭੇਖ ਹੈ ਬਾਹਰ ਦਾ, ਹਿਰਦੇ ਵਿੱਚ ਮੈਲ ਭਰੀ ਹੋਈ ਹੈ। ਭਗਤ ਲੋਚਨ ਜੀ ਦੇ ਬਚਨ ਜਿਹੜੇ ਉਹਨਾਂ ਦੇ ਸਮੇਂ ਜਿਤਨੇ ਸਾਰਥਕ ਨੇ, ਅੱਜ ਵੀ ਉਤਨੇ ਸਾਰਥਕ ਨੇ। ਐਸਾ ਨਹੀਂ ਕਿ ਭਗਤ ਜੀ ਨੇ ਜਿਸ ਵੇਲੇ ਉਚਾਰਨ ਕੀਤੇ ਸਨ ਇਹ ਬਚਨ ਕੇਵਲ ਉਸ ਵੇਲੇ ਹੀ ਉਹਨਾਂ ਲੋਕਾਂ ਦੇ ਬਾਬਤ ਸਨ, ਅੱਜ ਦੇ ਵੀ ਸਮੇਂ ਦੇ ਵਿੱਚ ਵੀ ਨੇ। ਕੱਪੜੇ ਗੇਰੂ ਰੰਗੀਏ ਨੇ, ਭਗਵੇ ਰੰਗ ਦੇ ਨੇ, ਪਰ ਲੰਪਟ ਬਿਰਤੀ ਗ੍ਰਿਸ਼ਟੀਆਂ ਤੋਂ ਵੀ ਵੱਧ ਹੈ। ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬੜੇ ਸੋਹਣੇ ਬਚਨ ਲਿਖਦੇ ਐ। ਉਹ ਕਹਿੰਦੇ ਗ੍ਰਿਸ਼ਤਨ ਤੇ ਵੱਧ ਦੌਨ ਲਾਗੀ, ਗ੍ਰਿਸ਼ਤਨ ਤੇ ਵੱਧ ਦੌਨ ਲਾਗੀ। ਦੌ ਨਾਮ ਹੁੰਦਾ ਅੱਗ ਦਾ। ਗ੍ਰਿਸ਼ਤੀ ਪੈਸੇ ਇਕੱਤਰ ਕਰੇ, ਗ੍ਰਿਸ਼ਤੀ ਕੁਝ ਜੋੜਨ ਦੀ ਬਿਰਤੀ ਰੱਖੇ ਤਾਂ ਗੱਲ ਸਮਝ ਵਿੱਚ ਆਉਂਦੀ ਹੈ ਵੀ ਉਹਦਾ ਪਰਿਵਾਰ ਹੈ, ਉਹਦੇ ਬੱਚੇ ਨੇ। ਪਰ ਇੱਕ ਸੰਨਿਆਸੀ ਜਿਹੜਾ ਸਾਰਾ ਕੁਝ ਛੱਡ ਕੇ ਕੇਵਲ ਤੇੜ ਲੰਗੋਟ ਧਾਰਨ ਕਰਕੇ ਇੱਕ ਖਪੜੀ ਗਲ ਵਿੱਚ ਪਾ ਕੇ ਟੁਰਿਆ ਹੋਇਆ, ਜੇ ਉਹ ਵੀ ਇਕੱਤਰ ਕਰਦਾ ਤਾਂ ਫਿਰ ਕਹਿਣ ਵਿੱਚ ਆਉਂਦਾ ਵੀ ਗ੍ਰਿਸ਼ਤੀਆਂ ਤੋਂ ਵੱਧ ਅੱਗ ਇਹਨਾਂ ਸੰਨਿਆਸੀਆਂ ਨੂੰ ਲੱਗੀ ਹੋਈ ਹੈ। ਗ੍ਰਿਸ਼ਤਨ ਤੇ ਵੱਧ ਦੌਨ ਲਾਗੀ। ਦੌ ਨਾਮ ਅਗਨੀ ਦਾ ਹੈ। ਜੋੜਨ ਦੀ, ਇਕੱਤਰ ਕਰਨ ਦੀ ਬਿਰਤੀ ਦੀ ਜਿਹੜੀ ਅੱਗ ਹੈ ਉਹ ਵੱਧ ਇਹਨਾਂ ਨੂੰ ਲੱਗੀ ਹੋਈ ਹੈ। ਫਿਰ ਇਹਦਾ ਮਤਲਬ ਹੈ ਵੀ ਕੇਵਲ ਭੇਖ ਧਾਰਨ ਕੀਤਾ, ਉਸ ਭੇਖ ਨਾਲ ਜੁੜੀਆਂ ਹੋਈਆਂ ਜਿਹੜੀਆਂ ਮਰਿਆਦਾਵਾਂ ਨੇ, ਉਸ ਭੇਖ ਨਾਲ ਜੁੜੀ ਹੋਈ ਜਿਹੜੀ ਪਰੰਪਰਾਗਤ ਤਰੀਕੇ ਨਾਲ ਰੀਤੀਆਂ ਨੇ, ਉਹਨਾਂ ਨੂੰ ਇਹ ਗ੍ਰਹਿਣ ਨਹੀਂ ਕਰਦੇ, ਕੇਵਲ ਭੇਖ ਧਾਰਨ ਕਰਦੇ ਨੇ ਲੋਕਾਂ ਕੋਲੋਂ ਠੱਗ ਕੇ ਖਾਣ ਦੀ ਬਿਰਤੀ ਬਣਾਉਣ ਲਈ, ਕਿ ਕਿਸੇ ਤਰੀਕੇ ਇਕੱਤਰ ਕੀਤਾ ਜਾਵੇ। ਸਾਡੇ ਦੇਸ਼ ਦੇ ਵਿੱਚ ਤਾਂ ਇਹੋ ਜਿਹਾ ਵੀ ਦੁਖਾਂਤ ਵੇਖਣ ਨੂੰ ਮਿਲਦਾ ਕਿ ਗੇਰੂ ਰੰਗੇ ਬਸਤਰ ਧਾਰਨ ਕਰਨ ਵਾਲੇ ਅੱਜ ਦੁਨੀਆ ਦੇ, ਹਿੰਦੁਸਤਾਨ ਦੇ ਨਹੀਂ, ਵਰਲਡ ਦੇ ਵਿੱਚ ਜਦੋਂ ਵਪਾਰੀਆਂ ਦੀ ਗੱਲ ਹੁੰਦੀ ਹੈ ਤੇ ਸਭ ਤੋਂ ਵੱਡੇ ਵਪਾਰੀ ਉਹ ਸਦਾਉਂਦੇ ਆ, ਸਭ ਤੋਂ ਵੱਡੇ ਵਪਾਰੀ ਉਹ ਕਹਾਉਂਦੇ ਆ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਜੇ ਅੰਦਰ ਮੈਲ ਭਰੀ ਹੋਈ ਹੈ, ਅੰਤਸ਼ਕਰਨ ਵਿੱਚ ਮੈਲ ਭਰੀ ਹੋਈ ਹੈ, ਹਿਰਦੇ ਨੂੰ ਨਿਰਮਲ ਨਹੀਂ ਕੀਤਾ ਤੇ ਬਾਹਰੋਂ ਉਦਾਸੀਆਂ ਦਾ ਭੇਖ ਧਾਰਨ ਕੀਤਾ ਤਾਂ ਉਹ ਕਿਸੇ ਕੰਮ ਦਾ ਨਹੀਂ ਹੈ, ਉਹ ਪਰਾਮਤਾ ਦਾ। ਉਹ ਤਾਂ ਫਿਰ ਪਖੰਡੀ ਹੋਇਆ ਨਾ, ਟਕਵਾਂਜੀ ਹੋਇਆ ਜੀ। ਵੇਖੋ ਜੀ ਅਸੀਂ ਕੁਝ ਇਕੱਤਰ ਨਹੀਂ ਕਰਦੇ, ਆ ਅਸੀਂ ਹੱਥ 'ਚ ਚਿੱਪੀ ਫੜੀ ਹੈ, ਖੱਫਣੀ ਪਾਈ ਹੈ ਤੇ ਟੁਰੇ ਫਿਰਦੇ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਇੱਕ ਸੰਪਰਦਾਇ ਹੈ, ਭੇਖ ਹੈ ਉਦਾਸੀਨ ਭੇਖ। ਜੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਸਾਹਿਬ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਤੋਂ ਚੱਲਿਆ, ਉਦਾਸੀਆਂ ਦੀ ਜਿਹੜੀ ਪਰੰਪਰਾ ਹੈ, ਉਦਾਸੀਆਂ ਦੀ ਜਿਹੜੀ ਸੰਪਰਦਾਇ ਹੈ, ਉਦਾਸੀਨ ਭੇਖ ਹੈ। ਸਮਾਂ ਪਾ ਕੇ ਉਹਨਾਂ ਦੇ ਵਿੱਚ ਵੀ ਕੁਝ ਮਾੜੀ ਬਿਰਤੀ ਦੇ ਅਨਸਰ ਜਿਹੜੇ ਨੇ ਉਹ ਆ ਗਏ। ਕੋਈ ਵੀ ਸੰਪਰਦਾ ਜਾਂ ਕੋਈ ਵੀ ਸੰਸਥਾ ਮਾੜੀ ਨਹੀਂ ਹੁੰਦੀ, ਉਹਦੇ ਵਿੱਚ ਕੁਝ ਬੰਦੇ ਮਾੜੇ ਆ ਜਾਂਦੇ ਨੇ ਜਿਹੜੇ ਸਾਰੀ ਸੰਸਥਾ ਨੂੰ, ਸਾਰੀ ਸੰਪਰਦਾ ਨੂੰ ਕਲੰਕਿਤ ਕਰਕੇ ਰੱਖ ਦਿੰਦੇ ਆ। ਨਰੈਣੂ ਵਰਗੇ ਮਹੰਤ ਆ 100 ਸਾਲਾ ਨਨਕਾਣਾ ਸਾਹਿਬ ਦਾ ਆ ਰਿਹਾ, ਉਹ ਵੀ ਉਦਾਸੀ ਸਨ, ਪਰ ਦੂਜੇ ਪਾਸੇ ਬਾਬਾ ਪ੍ਰੀਤਮ ਦਾਸ ਜੀ ਜੈਸੇ ਮਹਾਪੁਰਸ਼ ਉਦਾਸੀ। ਬ੍ਰਹਮ ਬੂਟਾ ਅਖਾੜਾ ਸ੍ਰੀ ਅੰਮ੍ਰਿਤਸਰ ਸਾਹਿਬ, ਉਹ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਾ ਰਹੇ ਨੇ। ਹੰਸਲੀ ਦੀ ਸੇਵਾ ਸਭ ਤੋਂ ਪਹਿਲਾਂ ਦਰਿਆ ਰਾਵੀ ਵਿੱਚੋਂ ਲੈ ਕੇ ਅੰਮ੍ਰਿਤਸਰ ਸਰੋਵਰ ਵਿੱਚ ਬਾਬਾ ਪ੍ਰੀਤਮ ਦਾਸ ਜੀ ਨੇ ਕੀਤੀ, ਉਹ ਵੀ ਉਦਾਸੀ ਨੇ। ਬਨਖੰਡੀ ਜੀ ਜੈਸੇ ਮਹਾਪੁਰਸ਼ੋ ਕਿੱਥੇ ਕਾਬਲ ਤੇ ਕੰਧਾਰ ਤੱਕ ਦਾ ਇਲਾਕਾ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਰੋਮ ਤੱਕ ਦੇ ਇਲਾਕੇ 'ਚ, ਨੇਪਾਲ ਤੱਕ ਦੇ ਇਲਾਕਿਆਂ ਵਿੱਚ ਜਗਤ ਗੁਰੂ ਪਾਤਸ਼ਾਹ ਦੇ ਪਾਵਨ ਇਤਿਹਾਸਕ ਸਥਾਨਾਂ ਤੇ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ, ਉਹ ਵੀ ਉਦਾਸੀ ਨੇ। ਪਰ ਦੂਜੇ ਪਾਸੇ ਪੌਂਟਾ ਸਾਹਿਬ ਵਰਗੀ ਪਾਵਨ ਧਰਤੀ ਤੇ ਔਰ ਨਨਕਾਣਾ ਸਾਹਿਬ ਵਰਗੇ ਪਾਵਨ ਸਥਾਨ ਤੇ ਨਰੈਣੂ ਵਰਗੇ ਮਹੰਤ,
ਉਹ ਵੀ ਉਦਾਸੀ ਨੇ। ਪਰ ਇਹਦਾ ਮਤਲਬ ਨਹੀਂ ਕਿ ਨਰੈਣੂ ਦੇ ਕਲੰਕ ਕਰਕੇ ਸਾਰੇ ਉਦਾਸੀ ਮਹਾਪੁਰਸ਼ਾਂ ਨੂੰ ਇੱਕ ਪਾਸੇ ਰਿਜੈਕਟ ਕਰ ਦਿੱਤਾ ਜਾਏ। ਪੇਖੀ ਸਾਰੇ ਮਤਾਂ ਵਿੱਚ ਆ ਜਾਂਦੇ ਹਨ। ਕਿ ਅਸੀਂ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜਿਹੜਾ ਅੰਮ੍ਰਿਤਧਾਰੀ ਸਿੰਘ ਹੁੰਦਾ ਕਿ ਉਹ ਸਾਰੇ ਉਸ ਰਹਿਤ ਮਰਿਆਦਾ ਦੇ ਵਿੱਚ ਜੋ ਗੁਰੂਦੇਵ ਸੱਚੇ ਪਾਤਸ਼ਾਹ ਜੀ ਦੱਸਦੇ ਆ ਉਹਦੇ ਚ ਪਰਪੱਕ ਨੇ? ਕਿ ਅਸੀਂ ਇਹ ਨਹੀਂ ਮੰਨਦੇ ਕਿ ਭੇਖੀ ਇਹਨਾਂ ਵਿੱਚ ਵੀ ਹਨ, ਸਾਡੇ ਵਿੱਚ ਵੀ ਆ ਗਏ ਨੇ, ਜਿਨ੍ਹਾਂ ਨੇ ਕੇਵਲ ਭੇਖ ਇਸ ਕਰਕੇ ਧਾਰਨ ਕੀਤਾ, ਕਿਰਪਾਨ ਇਸ ਕਰਕੇ ਧਾਰਨ ਕੀਤੀ ਹੈ ਕਿ ਆਪਣਾ ਉੱਲੂ ਸਿੱਧਾ ਕਰਨਾ। ਉਦਾਂ ਕੋਈ ਮਤਲਬ ਨਹੀਂ ਹੈ। ਤਾਂ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਰਿਆਂ ਨੂੰ ਉਸੇ ਛਾਬੇ ਚ ਪਾ ਕੇ ਅਸੀਂ ਤੋਲਾਂਗੇ ਵੀ ਸਾਰੇ ਉਦਾਂ ਦੇ ਹੁੰਦੇ ਆ। ਸੋ ਕਹਿਣ ਤੋਂ ਭਾਵ ਇੱਥੇ ਭੇਖੀਆਂ ਦਾ ਖੰਡਨ ਹੈ। ਭੇਖੀ ਕਿਸੇ ਵੀ ਸੰਪਰਦਾ ਵਿੱਚ ਹੋਵੇ, ਭੇਖੀ ਕਿਸੇ ਵੀ ਮਤ ਵਿੱਚ ਹੋਵੇ, ਕਿਸੇ ਵੀ ਫਿਰਕੇ ਵਿੱਚ ਹੋਵੇ, ਗੁਰਦੇਵ ਨੇ ਭੇਖ ਦਾ ਜਿਹੜਾ ਕੇਵਲ ਵਿਖਾਵੇ ਦਾ ਭੇਖ ਹੈ, ਜਿਹਦੇ ਚ ਪਖੰਡ ਹੈ, ਵਿਖਾਵਾ ਹੈ, ਉਹਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਚ ਪੁਰਜੋਰ ਸ਼ਬਦਾਂ ਚ ਖੰਡਨ ਕੀਤਾ। ਕਹਿੰਦੇ ਕੱਲਾ ਬਾਹਰੋਂ ਉਦਾਸੀਆਂ ਦਾ ਭੇਖ ਧਾਰਨ ਕੀਤਾ ਵੀ ਮੈਂ ਬੜਾ ਵੈਰਾਗੀ ਹਾਂ, ਬੜਾ ਸੰਨਿਆਸੀ ਹਾਂ, ਮੈਂ ਕੁਝ ਇਕੱਠਾ ਨਹੀਂ ਕਰਦਾ, ਹਿਰਦਾ ਤੇਰਾ ਮੈਲ ਨਾਲ ਭਰਿਆ ਹੋਇਆ, ਕਪਟ ਤੇ ਛਲ ਫਰੇਬ ਨਾਲ ਭਰਿਆ ਹੋਇਆ। ਹਿਰਦੈ ਕਮਲ ਘਟ ਬ੍ਰਹਮ ਨ ਚੀਨਾ, ਕਾਹੇ ਭਇਆ ਸੰਨਿਆਸੇ। ਆਪਣੇ ਹਿਰਦੇ ਰੂਪੀ ਕਮਲ ਦੇ ਵਿੱਚ ਘਟ ਵਿੱਚ ਉਸ ਬ੍ਰਹਮ ਨੂੰ ਨਹੀਂ ਵੇਖਿਆ ਜਿਹੜਾ ਤੇਰੇ ਇਸ ਕਮਲ ਨੂੰ ਪ੍ਰਕਾਸ਼ ਰਿਹਾ, ਤੇਰੇ ਇਸ ਕਮਲ ਨੂੰ ਖਿੜਾ ਰਿਹਾ, ਹਿਰਦੇ ਰੂਪੀ ਕਮਲ ਨੂੰ। ਉਸ ਬ੍ਰਹਮ ਨੂੰ ਤੂੰ ਵੇਖਿਆ ਨਹੀਂ, ਆਪਣੇ ਅੰਦਰ ਨਹੀਂ ਤੱਕਿਆ ਉਸ ਬ੍ਰਹਮ ਨੂੰ, ਤੇ ਬਾਹਰੋਂ ਤੂੰ ਸੰਨਿਆਸੀ ਹੋਇਆ ਫਿਰਦਾ। ਕਿਸ ਕੰਮ ਦਾ ਹੋਇਆ? ਸੰਨਿਆਸੀ ਹੋ ਗਿਆ। ਸੰਨਿਆਸੀ ਦਾ ਮਤਲਬ ਹੁੰਦਾ ਜਿਸ ਦੇ ਅੰਦਰ ਸਾਰੀਆਂ ਆਸਾਂ ਸੁੰਨ ਹੋ ਗਈਆਂ ਨੇ, ਕੋਈ ਆਸ ਨਹੀਂ ਰਹੀ, ਉਹਨੂੰ ਸੰਨਿਆਸੀ ਕਹਿੰਦੇ ਆ। ਹਿੰਦੁਸਤਾਨ ਦੇ 4 ਆਸ਼ਰਮਾਂ ਦੇ ਵਿੱਚੋਂ ਜਿਹੜੇ ਮਹਾਂਪੁਰਸ਼ਾਂ ਰਿਸ਼ੀਆਂ ਨੇ ਮੰਨੇ ਨੇ, 4 ਆਸ਼ਰਮਾਂ ਦੇ ਵਿੱਚੋਂ ਇੱਕ ਆਸ਼ਰਮ ਸੰਨਿਆਸ ਆਸ਼ਰਮ ਵੀ ਹੈ। ਉਹ ਕਹਿੰਦੇ 1 ਤੋਂ 25 ਸਾਲ ਦੀ ਉਮਰ ਤੱਕ ਬ੍ਰਹਮਚਰਜ ਆਸ਼ਰਮ ਹੈ, 25 ਸਾਲ ਤੋਂ 50 ਸਾਲ ਤੱਕ ਦੀ ਉਮਰ ਦਾ ਗ੍ਰਸਥ ਆਸ਼ਰਮ ਹੈ, 50 ਸਾਲ ਦੀ 75 ਸਾਲ ਦੀ ਉਮਰ ਤੱਕ 25 ਸਾਲ ਦਾ ਸਮਾਂ ਬਾਨਪ੍ਰਸਥ ਆਸ਼ਰਮ ਹੈ, ਔਰ 75 ਤੋਂ 100 ਸਾਲ ਦੀ ਉਮਰ ਤੱਕ ਦਾ ਸੰਨਿਆਸ ਆਸ਼ਰਮ ਹੈ। ਹੁਣ ਜੇ ਸੰਨਿਆਸੀ ਹੋ ਵੀ ਗਿਆ, ਕੋਈ ਘਰ-ਬਾਰ ਛੱਡ ਕੇ ਚਲਾ ਵੀ ਗਿਆ, ਪਰ ਉਹਦੇ ਅੰਦਰ ਆਸ ਬਣੀ ਹੋਈ ਹੈ ਮੈਂ ਇਹ ਵੀ ਲੈ ਲਵਾਂ, ਇਹ ਵੀ ਇਕੱਠਾ ਕਰ ਲਵਾਂ, ਇਹ ਵੀ ਇਕੱਤਰ ਕਰ ਲਵਾਂ। ਭਰਤਰੀ ਜਦੋਂ ਗਿਆ ਨਾ ਘਰ-ਬਾਰ ਛੱਡ ਕੇ, ਰਾਜ ਭਾਗ ਤਿਆਗ ਕੇ, ਭਰਤਰੀ ਜੀ ਮਹਾਰਾਜ ਜਦੋਂ ਟੁਰੇ ਤੇ ਜਾਣ ਵੇਲੇ ਇੱਕ ਸਰਾਣਾ ਲੈ ਲਿਆ ਵੀ ਸੌਣਾ ਹੁੰਦਾ, ਚਲੋ ਸਰਾਣਾ ਰੱਖ ਕੇ ਸੋ ਜਾਇਆ ਕਰਾਂਗੇ। ਹੱਥ ਦੇ ਵਿੱਚ ਇੱਕ ਕਟੋਰਾ ਵੀ ਲੈ ਲਿਆ ਵੀ ਕਿਤੇ ਪਾਣੀ ਪੂਣੀ ਪੀਣ ਦੇ ਕੰਮ ਆਏਗਾ। ਜਦੋਂ ਘਰੋਂ ਨਿਕਲ ਗਏ, ਕੀ ਵੇਖਦੇ ਆ ਵੀ ਇੱਕ ਫਕੀਰ ਬਿਨਾਂ ਕਿਸੇ ਸਰਾਣੇ ਤੋਂ ਬਾਂਹ ਦਾ ਹੀ ਆਸਰਾ ਲੈ ਕੇ ਤੇ ਸੁੱਤਾ ਪਿਆ। ਉਹਨੇ ਆਖਿਆ ਜੇ ਇਹ ਸੌਂ ਸਕਦਾ ਤੇ ਮੈਂ ਵੀ ਨਹੀਂ ਸੌਂ ਸਕਦਾ, ਸਰਾਣਾ ਛੱਡ ਦਿੱਤਾ। ਅੱਗੇ ਗਿਆ, ਬੁੱਕ ਦੇ ਨਾਲ ਇੱਕ ਬੰਦਾ ਪਾਣੀ ਪੀ ਰਿਹਾ, ਉਹਨੇ ਆਖਿਆ ਭਾਂਡੇ ਤੋਂ ਬਿਨਾਂ ਵੀ ਪਾਣੀ ਪੀਤਾ ਜਾ ਸਕਦਾ। ਯਾਨੀ ਕਿ ਤਿਆਗ ਤੋਂ ਮਤਲਬ ਇਹ ਨਹੀਂ ਕਿ ਫਿਰ ਆਸ ਬਣੀ ਹੋਵੇ ਕਿ ਮੈਂ ਇਹ ਵੀ ਇਕੱਤਰ ਕਰ ਲਵਾਂ, ਇਹ ਵੀ ਇਕੱਤਰ ਕਰ ਲਵਾਂ, ਇਹ ਵੀ ਨਾਲ ਲੈ ਲਵਾਂ, ਇਹਦੀ ਵੀ ਜ਼ਰੂਰਤ ਪੈਂਦੀ ਹੈ। ਸੰਨਿਆਸੀ ਦਾ ਮਤਲਬ ਹੈ ਜੇ ਰੜੇ ਮੈਦਾਨ ਤੇ ਵੀ ਬੈਠਾ ਹੈ ਤੇ ਐਨ ਆਨੰਦ ਵਿੱਚ ਬੈਠਾ ਹੈ, ਕੋਈ ਪਰਵਾਹ ਨਹੀਂ, ਕੋਈ ਚਿੰਤਾ ਨਹੀਂ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੂੰ ਆਪਣੇ ਅੰਦਰ ਬ੍ਰਹਮ ਨੂੰ ਨਹੀਂ ਵੇਖਿਆ ਔਰ ਬਾਹਰੋਂ ਤੂੰ ਸੰਨਿਆਸੀ ਹੋਣ ਦਾ ਪਖੰਡ ਕਰਦਾ ਹੈ। ਭਰਮੇ ਭੁੱਲੇ ਰੇ ਜੈ ਚੰਦਾ। ਇਹ ਜੈ ਚੰਦ ਪੰਡਤ ਜੀ, ਤੁਸੀਂ ਭਰਮ ਦੇ ਵਿੱਚ ਭੁੱਲੇ ਫਿਰਦੇ ਹੋ। ਭਗਤ ਤਰਲੋਚਨ ਜੀ, ਜੈ ਚੰਦ ਨਾਮਕ ਇੱਕ ਬ੍ਰਾਹਮਣ ਹੈ, ਉਹਦੇ ਨਾਲੇ ਵਾਰਤਾਲਾਪ ਹੋ ਰਹੀ ਹੈ। ਔਰ ਇਹ ਕੱਲਾ ਜੈ ਚੰਦ ਨੂੰ ਨਹੀਂ ਕਹਿ ਰਹੇ, ਜੈ ਚੰਦ ਦੇ ਪਰਥਾਏ ਕਹਿ ਰਹੇ ਨੇ, ਪਰ ਹੈ ਸਾਰਿਆਂ ਵਾਸਤੇ ਹੈ। ਮਹਾਂਪੁਰਸ਼ਾਂ ਦਾ ਬੋਲਿਆ ਤਾਂ ਸਾਰੇ ਜਗਤ ਲਈ ਸਾਂਝਾ ਹੁੰਦਾ ਹੈ। ਕਹਿੰਦੇ ਹੇ ਜੈ ਚੰਦ,
ਤੂੰ ਭਰਮ ਦੇ ਵਿੱਚ ਭੁੱਲਿਆ ਫਿਰਦਾ ਹੈ। ਨਹੀਂ ਨਹੀਂ ਚੀਨਿਆ ਪਰਮਾਨੰਦਾ। ਤੂੰ ਨਹੀਂ ਜਾਣਿਆ ਉਸ ਪਰਮ ਆਨੰਦ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਨੂੰ। ਨਹੀਂ ਚੀਨਿਆ ਪਰਮਾਨੰਦਾ, ਪਰਮਾਨੰਦ ਸਰੂਪ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਤੂੰ ਨਹੀਂ ਚੀਨਿਆ, ਨਹੀਂ ਜਾਣਿਆ। ਰਹਾਉ ਘਰ ਘਰ ਖਾਇਆ ਪਿੰਡ ਵਧਾਇਆ ਖਿੰਥਾ ਮੁੰਦਾ ਮਾਇਆ। ਮਹਾਰਾਜ ਜੀ ਭਗਤ ਲੋਚਨ ਜੀ ਕਹਿੰਦੇ ਘਰ ਘਰ ਜਾ ਕੇ ਮੰਗ ਕੇ ਖਾ ਕੇ ਕੇਵਲ ਆਪਣੀ ਦੇਹ ਵਧਾਰੀ। ਪਿੰਡ ਦਾ ਮਤਲਬ ਸਰੀਰ ਨੂੰ ਵਧਾਇਆ। ਜਿਨ੍ਹਾਂ ਦੇ ਘਰੋਂ ਖਾਧਾ ਕਿ ਉਹਨਾਂ ਵਾਸਤੇ ਵੀ ਕੁਝ ਕਰੇਗਾ। ਜਿਨ੍ਹਾਂ ਦੇ ਘਰੋਂ ਖਾਧਾ ਉਹਨਾਂ ਵਾਸਤੇ ਜਿਹੜਾ ਜੇ ਤੂੰ ਕੋਈ ਜਪ ਤਪ ਕੀਤਾ ਹੋਵੇਗਾ, ਘਾਲਣਾ ਘਾਲੀ ਹੋਵੇਗੀ, ਤਾਂ ਹੀ ਉਹਦੇ ਵਿੱਚ ਉਹਨਾਂ ਨੂੰ ਕੁਝ ਹਿੱਸਾ ਮਿਲਣਾ। ਨਹੀਂ ਤਾਂ ਤੂੰ ਤਾਂ ਉਹਨਾਂ ਦਾ ਵੀ ਕਰਜ਼ਦਾਰ ਹੋ ਰਿਹਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਅਕਸਰ ਜਥੇ ਵਿੱਚ ਸਿੰਘਾਂ ਨੂੰ ਇਹੀ ਕਹਿੰਦੇ ਕਿ ਭਾਈ ਜਦੋਂ ਕਿਸੇ ਸਿੰਘ ਦੇ ਘਰ ਭੋਜਨ ਛਕ ਕੇ ਆਉਂਦੇ ਹੋ ਤਾਂ 5 ਪਾਠ ਸ੍ਰੀ ਜਪਜੀ ਸਾਹਿਬ ਦੇ ਉਹਦੇ ਨਿਮਿਤ ਕਰਨੇ ਹਨ। ਜਿਸ ਨੇ ਆਪਣੀ 10 ਨੋਹਾਂ ਦੀ ਕਿਰਤ ਵਿੱਚੋਂ ਤੁਹਾਨੂੰ ਭੋਜਨ ਛਕਾਇਆ, ਉਹਦੇ ਨਿਮਿਤ 5 ਪਾਠ ਜਪਜੀ ਸਾਹਿਬ ਦੇ ਨਾ ਕਰ ਸਕੋ ਤਾਂ ਚੌਪਈ ਸਾਹਿਬ ਦੇ ਜਾਪ ਜ਼ਰੂਰ ਕਰਨੇ ਹਨ ਕਿ ਉਹਦਾ ਵੀ ਭਲਾ ਹੋਵੇ। ਕਹਿਣ ਤੋਂ ਭਾਵ ਇੱਥੇ ਕਹਿ ਰਹੇ ਕਿ ਤੁਸੀਂ ਖਾ ਕੇ ਕੇਵਲ ਆਪਣੀ ਦੇਹ ਵਧਾ ਰਹੇ ਹੋ ਲੋਕਾਂ ਕੋਲੋਂ ਮੰਗ ਕੇ, ਔਰ ਉਹਦਾ ਗਲ ਵਿੱਚ ਖਿੰਥਾ ਵੀ ਪਾਈ ਹੋਈ ਆ, ਕੰਨਾਂ 'ਚ ਮੁੰਦਰਾ ਵੀ ਪਾਈਆਂ ਹੋਈਆਂ ਨੇ, ਤੇ ਮਾਇਆ ਦੀ ਬਿਰਤੀ ਤੁਸੀਂ ਛੱਡਦੇ ਨਹੀਂ। ਖਿੰਥਾ ਮੁੰਦਾ ਮਾਇਆ ਦੀ ਜਿਹੜੀ ਲੰਪਟ ਬਿਰਤੀ ਆ ਉਹ ਹਿਰਦੇ 'ਚੋਂ ਨਹੀਂ ਤਿਆਗਦੇ, ਨਹੀਂ ਛੱਡਦੇ। ਓਮ ਮਸਾਣ ਕੇ ਭਸਮ ਲਗਾਏ ਗੁਰ ਬਿਨ ਤਤ ਨਾ ਪਾਇਆ। ਸ਼ਮਸ਼ਾਨ ਭੂਮੀ ਦੀ ਸਵਾਹ ਜਾ ਕੇ ਸਰੀਰ ਤੇ ਮਲੀ ਵੀ ਅਸੀਂ ਮੁਰਦੇ ਹੋ ਗਏ ਆ। ਸਾਡੇ ਅੰਦਰ ਹੁਣ ਕੋਈ ਵਾਸ਼ਨਾ ਨਹੀਂ ਰਹੀ, ਪਰ ਇਹ ਤਾਂ ਭੇਖ ਹੀ ਸੀ। ਯਾਦ ਰੱਖਿਓ, ਭਾਵੇਂ ਸ਼ਮਸ਼ਾਨ ਦੀ ਭੂਮੀ ਵਿੱਚ ਜਾ ਕੇ ਉੱਥੋਂ ਦੀ ਸਵਾਹ ਸਰੀਰ ਤੇ ਮੜ ਲਵੋ, ਗੁਰੂ ਤੋਂ ਬਿਨਾਂ ਤੁਹਾਨੂੰ ਤਤਵ ਗਿਆਨ ਦੀ ਪ੍ਰਾਪਤੀ ਨਹੀਂ ਹੋਣੀ। ਗੁਰੂ ਤੋਂ ਬਿਨਾਂ ਤਤ ਦੀ ਪ੍ਰਾਪਤੀ ਨਹੀਂ ਹੋਣੀ। ਬੜੇ ਅਘੋਰੀ ਨੇ ਜਿਹੜੇ ਮੜੀਆਂ ਵਿੱਚ ਸ਼ਮਸ਼ਾਨ ਦੇ ਵਿੱਚ ਰਹਿ ਕਰਕੇ ਉੱਥੇ ਹੀ ਮੁਰਦਿਆਂ ਦੇ ਪਾਸ ਮੁਰਦਿਆਂ ਦਾ ਮਾਸ ਤੱਕ ਵੀ ਭੱਖ ਜਾਂਦੇ ਹਨ। ਇਤਨੀ ਉਹਨਾਂ ਦੀ ਗਿਲਾਨੀ ਭਰੀ ਜ਼ਿੰਦਗੀ ਹੁੰਦੀ ਹੈ, ਪਰ ਪ੍ਰਾਪਤੀ ਕੀ ਹੈ? ਕੁਝ ਵੀ ਨਹੀਂ, ਕਿਉਂਕਿ ਗੁਰੂ ਨੂੰ ਧਾਰਨ ਕਰਕੇ ਤਤਵ ਗਿਆਨ ਦੀ ਪ੍ਰਾਪਤੀ ਨਹੀਂ ਕੀਤੀ। ਸ਼ਮਸ਼ਾਨ ਭੂਮੀ ਦੀ ਸਵਾਹ ਵੀ ਮੜ ਲਈ, ਪਰ ਗੁਰੂ ਤੋਂ ਬਿਨਾਂ ਸੱਜਣਾ ਤਤ ਦੀ ਪ੍ਰਾਪਤੀ ਨਹੀਂ ਹੋਣੀ। ਇਹ ਗੱਲ ਪੱਲੇ ਬੰਨ ਲੈ। ਇਹ ਬਚਨ ਤੁਹਾਨੂੰ ਗੁਰਬਾਣੀ ਵਿੱਚ ਬਾਰ-ਬਾਰ ਮਿਲੇਗਾ ਵੀ ਗੁਰੂ ਬਿਨਾਂ ਗੱਲ ਨਹੀਂ ਬਣਨੀ। ਜੇ ਪ੍ਰਾਰੰਭ ਦੇ ਵਿੱਚ ਮੂਲ ਮੰਤਰ ਉਚਾਰਨ ਕਰਦੇ ਨੇ, ਪਰਮੇਸ਼ਰ ਦੇ ਸਰੂਪ ਦਾ ਵਰਣਨ ਕਰਦੇ ਨੇ, ਉਹ ਅਕਾਲ ਹੈ, ਉਹ ਅਜੂਨੀ ਹੈ, ਉਹ ਨਿਰਭਉ ਹੈ, ਨਿਰਵੈਰ ਹੈ, ਤਾਂ ਨਾਲ ਹੀ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਮਿਲੇਗਾ ਗੁਰ ਪ੍ਰਸਾਦ। ਗੁਰੂ ਤੋਂ ਬਿਨਾਂ ਗੱਲ ਨਹੀਂ ਬਣਨੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਬਿਨਾਂ ਹਨੇਰਾ ਦੂਰ ਨਹੀਂ ਹੋਣਾ, ਗੁਰੂ ਬਿਨਾਂ ਅੰਧਕਾਰ ਦੀ ਨਿਰਵਿਰਤੀ ਨਹੀਂ ਹੋਣੀ। ਇਸ ਕਰਕੇ ਪਾਤਸ਼ਾਹ ਸਪਸ਼ਟ ਕਰਦੇ ਨੇ, ਗੁਰੂ ਤੋਂ ਬਿਨਾਂ ਕਦੇ ਵੀ ਕਿਸੇ ਨੂੰ ਤਤਵ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਕਾਏ ਜਪੋ ਰੇ ਕਾਏ ਤਪੋ ਰੇ ਕਾਏ ਬਿਲੋ ਵਹ ਪਾਣੀ। ਕਹਿੰਦੇ ਕਾਹਦਾ ਇਹ ਜਪ ਕਰਦਾ ਤੂੰ, ਕਾਹਦਾ ਤਪ ਕਰਦਾ, ਇਹ ਤਾਂ ਤੂੰ ਪਾਣੀ ਰਿੜਕ ਰਿਹਾ, ਪਾਣੀ ਵਿੱਚ ਮਧਾਣੀ ਪਾਈ ਹੋਈ ਹੈ। ਜੇ ਗੁਰੂ ਵਾਲਾ ਨਹੀਂ ਬਣਿਆ ਫਿਰ ਇਹ ਕਾਹਦਾ ਜਪ, ਕਾਹਦਾ ਤਪ? ਫਿਰ ਇਹ ਜਿਤਨੇ ਤੇਰੇ ਜਪ ਤਪ ਨੇ ਇਹ ਤਾਂ ਪਾਣੀ ਵਿੱਚ ਮਧਾਣੀ ਪਾਈ ਹੋਈ ਆ, ਤੇ ਪਾਣੀ ਨੂੰ ਰਿੜਕ ਰਿਹਾ। ਜਿੰਨਾ ਚਿਰ ਮਰਜ਼ੀ ਰਿੜਕੀ ਚੱਲ, ਪਾਣੀ ਵਿੱਚੋਂ ਤੈਨੂੰ ਕੁਝ ਵੀ ਨਹੀਂ ਮਿਲਣਾ। ਜਲ ਬਥੀਆ ਜਲ ਦੇਖੀਆ ਭਾਈ, ਇਹੋ ਜਗ ਏਹਾ ਵਥ। ਹਾਂਜੀ, 184 ਜਿਨ ਉਪਾਏ ਸੋ ਸਿਮਰੋ ਨਿਰਬਾਣੀ। ਪੁੱਛਿਆ ਮਹਾਰਾਜ ਕੀ ਕਰੀਏ ਫਿਰ?
ਉਹ ਕਹਿੰਦੇ 84 ਲੱਖ ਜੂਨੀਆਂ ਜਿਸ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੀਆਂ ਨੇ ਉਹਦਾ ਸਿਮਰਨ ਕਰੋ। 184 ਹੀ ਜੇ ਨਯੋ ਪਾਈ, ਕਿਉਂਕਿ ਆਮ ਕਰਕੇ ਬਹੁਤੇ ਲੋਕ ਪਰਮਾਤਮਾ ਦਾ ਜਾਪ ਕਰਨ ਦੀ ਬਜਾਏ ਉਹਦੀਆਂ ਸ਼ਕਤੀਆਂ ਦਾ ਜਾਪ ਕਰਦੇ ਐ, ਵੱਖੋ ਵੱਖਰੀਆਂ। ਕਹਿੰਦੇ ਉਹਨੂੰ ਜਪੋ ਜਿਹਨੇ 84 ਲੱਖ ਜੂਨੀਆਂ ਪੈਦਾ ਕੀਤੀਆਂ ਨੇ, ਉਹ ਪਰਮਾਤਮਾ ਅਕਾਲ ਪੁਰਖ ਪਰਮੇਸ਼ਵਰ ਹੈ। ਸੋ ਸਿਮਰੋ ਨਿਰਵਾਣੀ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਇੱਕ ਰਸ ਸਿਮਰਨ ਕਰੋ ਜਿਹਨੇ 84 ਲੱਖ ਜੂਨੀਆਂ ਪੈਦਾ ਕੀਤੀਆਂ ਹਨ। ਕਾਏ ਕਮੰਡਲ ਕਾਪੜਿਆ ਰੇ 68 ਕਾਏ ਫਿਰਾਹੇ। ਕਹਿੰਦੇ ਕਾਪੜੀਆ ਬਣ ਕੇ ਸਰੀਰ ਤੇ ਟਾਕੀਆਂ ਵਾਲੇ ਕਈ ਤਰ੍ਹਾਂ ਦੇ ਕੱਪੜੇ ਪਾ ਕੇ ਹੱਥ 'ਚ ਕਮੰਡਲ ਫੜ ਕੇ ਟੁਰਿਆ ਫਿਰਦਾ, ਇਹਦਾ ਕੀ ਲਾਭ ਹੋਣਾ ਤੈਨੂੰ? 68 ਤੀਰਥਾਂ ਦੇ ਉੱਤੇ ਫਿਰਦਾ ਭਟਕਦਾ, ਪਰ ਜੇ ਤਤਵ ਦਾ ਨਹੀਂ ਪਤਾ, ਆਪਣੇ ਅੰਦਰ ਦੀ ਤਤਵ ਬੋਧ ਦਾ ਤੈਨੂੰ ਗਿਆਨ ਨਹੀਂ ਹੈ, ਤੇ ਫਿਰ ਏਦਾਂ ਫਿਰਨ ਦਾ ਕੀ ਮਤਲਬ ਹੈ? ਆਖੇ ਮੈਂ ਤੀਰਥਾਂ ਤੇ ਫਿਰਦਾ ਜੀ, ਮੈਂ ਕਰਮੰਡਲ ਹੀ ਰੱਖਦਾ ਹੱਥ ਵਿੱਚ। ਜੇ ਤਾਂ ਆਪਣੇ ਤਤਵ ਨੂੰ, ਇਹ ਸਾਰਾ ਕੁਝ ਤਾਂ ਕਰਨਾ ਸੀ ਵੀ ਤੈਨੂੰ ਤਤਵ ਗਿਆਨ ਦੀ ਪ੍ਰਾਪਤੀ ਹੋ ਜਾਏ, ਪਰ ਜੇ ਤਤਵ ਗਿਆਨ ਤੋਂ ਤੂੰ ਵਿਹੂਣਾ ਹੈ, ਆਤਮ ਸਰੂਪ ਦਾ ਤੇਰੇ ਅੰਦਰ ਸਾਖਸ਼ਾਤਕਾਰ ਨਹੀਂ ਹੈ, ਤੇ ਫਿਰ ਇਹ ਫਿਰਨ ਦਾ ਕੀ ਮਤਲਬ ਹੈ? ਜਿਸ ਨੂੰ ਆਪਣੇ ਪ੍ਰਯੋਜਨ ਦਾ ਹੀ ਨਹੀਂ ਪਤਾ ਕਿ ਮੈਂ ਕੀ ਕੰਮ ਕਰਨਾ ਹੈ, ਉਹ ਏਦਾਂ ਹੀ ਭਟਕੀ ਜਾਵੇ, ਆਵਾ ਫਾਵਾ ਹੋ ਕੇ। ਲੋਕ ਕਹਿੰਦੇ ਬੌਰਾ ਹੋਇਆ ਫਿਰਦਾ, ਵੀ ਉਦਾਂ ਹੀ ਭਟਕੀ ਜਾਂਦਾ, ਉਦਾਂ ਹੀ ਫਿਰੀ ਜਾਂਦਾ। ਪ੍ਰਯੋਜਨ ਤਾਂ ਪਤਾ ਹੋਵੇ, ਮਨੋਰਥ ਤਾਂ ਪਤਾ ਹੋਵੇ ਕਿ ਮੇਰਾ ਪ੍ਰਯੋਜਨ ਕੀ ਹੈ, ਮਨੋਰਥ ਕੀ ਹੈ। ਹਾਂਜੀ। ਬਦਤ ਤਰਲੋਚਨ ਸੁਨ ਰੇ ਪ੍ਰਾਣੇ ਕਣ ਬਿਨ ਗਾਹੋ ਕੇ ਪਾਹੇ। ਮਹਾਰਾਜ ਭਗਤ ਤਰਲੋਚਨ ਜੀ ਮਹਾਰਾਜ ਜੀ ਕਹਿੰਦੇ, ਹੈ ਪ੍ਰਾਣੀ ਸੁਣ, ਦਾਣੇ ਤੋਂ ਬਿਨਾਂ ਉੱਪਰਲਾ ਜਿਹੜਾ ਤੁਖ ਹੁੰਦਾ ਉਹਨੂੰ ਕਦੇ ਕੋਈ ਗਾਣ 'ਚ ਨਹੀਂ ਪਾਉਂਦਾ। ਜੋ ਉਹਦੇ 'ਚ ਦਾਣਾ ਹੀ ਨਹੀਂ ਹੈ, ਕੱਲੇ ਤੁਖ ਨੂੰ, ਕੱਲੀ ਫੱਕ ਨੂੰ ਥੋੜੀ ਕੋਈ ਗਾਣ ਵਿੱਚ ਪਾਉਂਦਾ ਵੀ ਇਹਦੇ 'ਚ ਕੁਝ ਨਿਕਲਣਾ ਹੈ। ਕਹਿੰਦੇ ਤੈ ਵੀ ਫੱਕ ਦੇ ਵਿੱਚ ਜਿਹੜੀ ਤੁਖ ਹੈ, ਖਾਲੀ ਛਿਲਕਾ, ਉਹਦੇ ਵਿੱਚ ਗਾਣ ਪਾਇਆ ਹੋਇਆ ਜਿਹਦੇ 'ਚ ਤੈਨੂੰ ਕੁਝ ਨਹੀਂ ਮਿਲਣਾ। ਇਸ ਕਰਕੇ ਗੁਰੂ ਤੋਂ ਬਿਨਾਂ ਤਤਵ ਦਾ ਗਿਆਨ ਨਹੀਂ ਹੋਣਾ।